ਪੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹ। ਸਾਧ ਸੰਗਤ ਜੀਓ, ਅਸੀਂ ਪੋਹ ਦਾ ਮਹੀਨਾ ਕਹਿੰਦੇ ਹਾਂ, ਪਰ ਗੁਰੂ ਸਾਹਿਬ ਜੀ ਨੇ ਇੱਥੇ ਸ਼ਬਦ ਵਰਤਿਆ ਹੈ ਪੋਖ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੁ। ਜਿਹੜਾ ਇਹ ਪੋਹ ਦਾ ਮਹੀਨਾ ਹੈ ਨਾ ਸਾਧ ਸੰਗਤ ਜੀ, ਇਹ 6 ਰੁੱਤਾਂ ਦੇ ਵਿੱਚੋਂ ਸਿਸੀਅਰ ਰੁੱਤ ਦਾ ਦੂਸਰਾ ਮਹੀਨਾ ਹੈ ਅਤੇ ਪੋਹ ਦੇ ਮਹੀਨੇ ਦੇ ਵਿੱਚ ਭਾਰੀ ਠੰਡ ਹੁੰਦੀ ਹੈ। ਅਤੇ ਸਾਧ ਸੰਗਤ ਜੀ, ਜਿਹੜਾ ਇਹ ਪੋਹ ਦਾ ਮਹੀਨਾ ਹੈ, ਇਹ ਸਿੱਖ ਪੰਥ ਦੇ ਵਿੱਚ ਸ਼ਹੀਦੀ ਮਹੀਨਾ ਹੈ। ਖਾਲਸਾ ਪੰਥ ਦੇ ਵਿੱਚ, ਸਿੱਖ ਪੰਥ ਦੇ ਵਿੱਚ ਪੋਹ ਦੇ ਮਹੀਨੇ ਦੇ ਵਿੱਚ ਏਡੀਆਂ ਸ਼ਹੀਦੀਆਂ ਹੋਈਆਂ ਹਨ ਕਿ ਵਿਸ਼ਵ ਦੇ ਕਿਸੇ ਧਰਮ ਦੇ ਵਿੱਚ ਇੰਨੀਆਂ ਸ਼ਹੀਦੀਆਂ ਨਹੀਂ ਹੋਈਆਂ। ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ, ਵੱਡੇ ਸਾਹਿਬਜ਼ਾਦਿਆਂ ਦੀ ਅਤੇ ਅਣਗਿਣਤ ਸਿੰਘਾਂ ਦੀ ਸ਼ਹੀਦੀ ਇਸ ਮਹੀਨੇ ਦੇ ਵਿੱਚ ਹੋਈ ਹੈ। ਤੋ ਇਸ ਨੂੰ ਸ਼ਹੀਦੀ ਮਹੀਨਾ ਵੀ ਕਹਿੰਦੇ ਹਨ। ਤੋ ਗੁਰੂ ਸਾਹਿਬ ਜੀ ਇਹ ਪਹਿਲੀ ਪੰਕਤੀ ਦੇ ਵਿੱਚ ਇਹ ਉਪਦੇਸ਼ ਦਿੰਦੇ ਹਨ ਕਿ ਪੋਖ ਤੁਖਾਰ ਨਾ ਵਿਆਪਈ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੁ। ਪੋਹ ਦੇ ਮਹੀਨੇ ਦੇ ਵਿੱਚ ਤੁਖਾਰ ਦਾ ਅਰਥ ਹੁੰਦਾ ਹੈ ਬਰਫ਼। ਤੁਖਾਰ ਤੋਂ ਭਾਵ ਹੈ ਠੰਡ, ਪਾਲਾ। ਮਹਾਰਾਜ ਫਰਮਾਉਂਦੇ ਹਨ ਪੋਹ ਦੇ ਮਹੀਨੇ ਦੇ ਵਿੱਚ ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਠੰਡ ਨਹੀਂ ਲੱਗਦੀ ਹੈ, ਉਹਨਾਂ ਨੂੰ ਪਾਲਾ ਨਹੀਂ ਲੱਗਦਾ ਹੈ। ਕਿਹਨਾਂ ਨੂੰ ਨਹੀਂ ਲੱਗਦਾ? ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਕੰਠ ਮਿਲਿਆ ਹਰ ਨਾਹੁ। ਜਿਨ੍ਹਾਂ ਦੇ ਕੰਠ ਦੇ ਵਿੱਚ ਉਹ ਜੋ ਨਾਹੁ ਦਾ ਅਰਥ ਹੁੰਦਾ ਪਤੀ, ਉਹ ਵਾਹਿਗੁਰੂ ਜੋ ਪਤੀ ਹਨ, ਉਹਨਾਂ ਦਾ ਨਾਮ ਮਿਲਿਆ ਹੁੰਦਾ ਹੈ। ਵਾਹਿਗੁਰੂ ਦਾ ਸਿਮਰਨ ਜਿਨ੍ਹਾਂ ਦੇ ਕੰਠ ਵਿੱਚ ਮਿਲਿਆ ਹੁੰਦਾ ਹੈ, ਉਹਨਾਂ ਨੂੰ ਸਾਧ ਸੰਗਤ ਜੀ ਠੰਡ ਨਹੀਂ ਲੱਗਦੀ, ਕਿਉਂਕਿ ਨਾਮ ਦੇ ਵਿੱਚ ਇਹ ਤਾਕਤ ਹੈ, ਨਾਮ ਵਿੱਚ ਇਹ ਸਮਰੱਥਾ ਹੈ। ਗੁਰੂ ਸਾਹਿਬ ਜੀ ਦੇ ਇੱਕ ਬਾਣੀ ਦੇ ਵਿੱਚ ਬਚਨ ਹਨ ਕਿ ਪਾਲਾ ਤਾਊ ਕਛੂ ਨਾ ਵਿਆਪੈ, RAM ਨਾਮ ਗੁਣ ਗਾਏ। ਪਾਲਾ ਉਹਨਾਂ ਨੂੰ ਨਹੀਂ ਲੱਗਦਾ ਕਿ ਜਿਹੜੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦੇ ਹਨ। ਤੇ ਨਾ ਹੀ ਗਰਮੀ ਵਿੱਚ ਗਰਮੀ ਲੱਗਦੀ ਹੈ, ਗਰਮੀਆਂ 'ਚ ਗਰਮੀ ਵੀ ਨਹੀਂ ਲੱਗਦੀ। ਨਾਮ 'ਚ ਏਡੀ ਤਾਕਤ ਹੈ ਕਿ ਕੱਲ ਤਾਤੀ ਠੰਡਾ ਹਰ ਨਾਉ, ਨਾਮ ਠੰਡਾ ਵੀ ਹੈ। ਪਰ ਕਿਹਨਾਂ ਨੂੰ? ਮਹਾਰਾਜ ਕਹਿੰਦੇ ਕਿ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੁ। ਜਿਨ੍ਹਾਂ ਦੇ ਕੰਠ ਵਿੱਚ ਨਾਮ ਮਿਲਿਆ ਹੁੰਦਾ ਹੈ। ਇਹ ਜਿਹੜਾ ਮਹਾਰਾਜ ਸਾਹਿਬ ਜੀ ਨੇ ਬਚਨ ਉਚਾਰਨ ਕੀਤਾ ਹੈ ਨਾ ਵੀ ਕੰਠ ਮਿਲਿਆ ਹਰ ਨਾਹੁ, ਇਹ ਸਾਧ ਸੰਗਤ ਜੀ ਸਿਮਰਨ ਦੀ ਦੂਸਰੀ ਅਵਸਥਾ ਹੈ। ਇਹਨੂੰ ਕਹਿੰਦੇ ਹਨ ਮੱਧਮਾ ਬਾਣੀ ਦੇ ਵਿੱਚ ਜਾਪ। ਸਾਡੀਆਂ ਸਰੀਰ ਦੀਆਂ 10 ਅਵਸਥਾਵਾਂ ਹਨ। ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੈ ਖਾਣ ਪੀਣ ਕੀ ਧਾਤ, ਛਿਵੈ ਕਾਮ ਨ ਪੁੱਛੈ ਜਾਤ, ਸਤਵੈ ਸੰਜ ਕੀਆ ਘਰ ਵਾਸ, ਅਠਵੈ ਕ੍ਰੋਧ ਹੁਆ ਤਨ ਨਾਸ, ਨਾਵੈ ਧੌਲੇ ਉਬੇ ਸਾਹ, ਦਸਵੈ ਦੱਦਾ ਹੁਆ ਸੁਆਹ। ਇਹ ਸਾਡੀਆਂ ਸਰੀਰ ਦੀਆਂ 10 ਅਵਸਥਾਵਾਂ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਸਿਮਰਨ ਦੀਆਂ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ 10 ਅਵਸਥਾਵਾਂ ਹਨ ਸਿਮਰਨ ਅਭਿਆਸ ਦੀਆਂ। ਹੋਰਾਂ ਗ੍ਰੰਥਾਂ ਦੇ ਵਿੱਚ 4 ਅਵਸਥਾਵਾਂ ਕਥਨ ਕੀਤੀਆਂ ਹਨ ਕਿ ਬੈਖਰੀ ਬਾਣੀ ਦੁਆਰਾ ਜਾਪ, ਫਿਰ ਮੱਧਮਾ ਬਾਣੀ ਦੁਆਰਾ ਜਾਪ, ਇਸੇ ਤਰ੍ਹਾਂ ਪਸੰਤੀ ਬਾਣੀ ਦੁਆਰਾ ਜਾਪ ਤੇ ਪਰਾ ਬਾਣੀ ਦੁਆਰਾ ਜਾਪ। ਪਰ ਜਿਹੜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਸਾਧ ਸੰਗਤ ਜੀ, ਇਹ ਤਾਂ ਬਾਣੀਆਂ ਸਿਰ ਬਾਣੀ ਹੈ। ਬਾਣੀਆਂ 'ਚ ਸ਼੍ਰੋਮਣੀ ਬਾਣੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਨੇ ਕਥਾ ਦੇ ਵਿੱਚ ਸਿਮਰਨ ਦੀਆਂ 10 ਅਵਸਥਾਵਾਂ ਕਥਨ ਕੀਤੀਆਂ ਹਨ ਕਿ ਜਦੋਂ ਅਸੀਂ ਸਿਮਰਨ ਕਰਦੇ ਹਾਂ ਤਾਂ ਪਹਿਲੀ ਅਵਸਥਾ ਹੈ ਬੈਖਰੀ ਬਾਣੀ ਦੁਆਰਾ ਜਾਪ। ਕਿ ਸਿਮਰਨ ਆਰੰਭ ਕਿੱਥੋਂ ਹੁੰਦਾ ਹੈ? ਰਸਨਾ ਤੋਂ।
ਵੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਿਣਾ ਔਰ ਕੰਨਾਂ ਨਾਲ ਸੁਣਨਾ, ਇਹ ਪਹਿਲੀ ਅਵਸਥਾ ਹੈ, ਜਿਸ ਦੇ ਸੰਬੰਧ ਵਿੱਚ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੂ ਸੁਖ ਵਿਸਰਾਮ। ਕਬੀਰ ਸਾਹਿਬ ਜੀ ਕਹਿੰਦੇ ਕਿ ਮੈਨੂੰ ਹੁਣ ਮਾਲਾ ਪਕੜਨ ਦੀ ਲੋੜ ਨਹੀਂ, ਮੇਰੀ ਰਸਨਾ ਹੀ ਮਾਲਾ ਬਣ ਗਈ ਹੈ। ਫਿਰ ਕਬੀਰ ਸਾਹਿਬ ਜੀ ਨੇ ਇਹ ਪਹਿਲੀ ਅਵਸਥਾ ਦਾ ਜ਼ਿਕਰ ਇੱਕ ਹੋਰ ਸ਼ਲੋਕ ਦੇ ਵਿੱਚ ਕੀਤਾ ਹੈ ਕਿ ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਐ ਰਾਮ, ਦੇਹੀ ਕਿਸ ਕੀ ਬਾਪੁਰੀ, ਪਵਿੱਤਰ ਹੋਏ ਗੋ ਗ੍ਰਾਮ। ਉਹ ਮੁਖ ਧਨ ਹੈ ਜਿਸ ਮੁਖ ਦੇ ਵਿੱਚੋਂ ਨਿਕਲਦਾ ਹੈ ਵਾਹਿਗੁਰੂ, ਅਤੇ ਦੇਹੀ ਕਿਸ ਕੀ ਬਾਪੁਰੀ। ਕਬੀਰ ਸਾਹਿਬ ਜੀ ਕਹਿੰਦੇ ਦੇਹੀ ਦੀ ਗੱਲ ਤਾਂ ਕੀ ਹੈ, ਜਿਹੜਾ ਮੁਖੋਂ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਪਵਿੱਤਰ ਹੋਏ ਗੋ ਗ੍ਰਾਮ। ਐਸਾ ਸੰਤ ਮਹਾਪੁਰਸ਼, ਐਸਾ ਗੁਰਮੁਖ ਜਿਸ ਪਿੰਡ ਦੇ ਵਿੱਚ ਵੀ ਰਹਿੰਦਾ ਹੈ, ਉਹ ਪਿੰਡ ਹੀ ਸਾਰਾ ਪਵਿੱਤਰ ਹੈ। ਇਹ ਪਹਿਲੀ ਅਵਸਥਾ ਹੈ। ਜਪਜੀ ਸਾਹਿਬ ਦੇ ਵਿੱਚ ਵੀ ਮਹਾਰਾਜ ਸਾਹਿਬ ਜੀ ਨੇ ਪਹਿਲੀ ਅਵਸਥਾ ਦੱਸੀ ਹੈ ਕਿ ਗਾਵੀਐ ਸੁਣੀਐ ਮਨ ਰੱਖੀਐ ਭਾਵ। ਮੁਖੋਂ ਬੋਲੋ, ਕੰਨਾਂ ਨਾਲ ਸੁਣੋ, ਮਨ ਵਿੱਚ ਪ੍ਰੇਮ ਹੋਵੇ, ਤਾਂ ਇਸ ਤਰ੍ਹਾਂ ਸਿਮਰਨ ਕਰੋਗੇ ਤਾਂ ਦੁੱਖ ਪਰ ਹਰ ਸੁਖ ਘਰ ਲੈ ਜਾਏ। ਇਸ ਤਰ੍ਹਾਂ ਕੀਤਾ ਹੋਇਆ ਸਿਮਰਨ ਦੁੱਖਾਂ ਨੂੰ ਦੂਰ ਕਰਕੇ ਸੁਖ ਸਰੂਪੀ ਘਰ ਸੱਚਖੰਡ ਦੇ ਵਿੱਚ ਲੈ ਜਾਏਗਾ। ਇਹ ਪਹਿਲੀ ਅਵਸਥਾ ਹੈ ਸਾਧ ਸੰਗਤ ਜੀ। ਕਈ ਪੁੱਛਦੇ ਐ ਕਿ ਸਿਮਰਨ ਦੀ ਵਿਧੀ ਦੱਸੋ, ਸਿਮਰਨ ਦਾ ਢੰਗ ਕੀ ਹੈ। ਤਾਂ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸ਼ਲੋਕ ਦੇ ਵਿੱਚ ਹੀ ਦੱਸਿਆ ਹੈ ਕਿ ਇਸ ਤਰ੍ਹਾਂ ਸਿਮਰਨ ਕਰੋ। ਮਹਾਰਾਜ ਨੇ ਬਚਨ ਉਚਾਰਨ ਕੀਤੇ ਨੇ ਕਿ ਜਿਹਵਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ, ਪਰੈ ਨਾ ਜਮ ਕੈ ਧਾਮ। ਕਿ ਜਿਹਵਾ ਤੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ, ਕੰਨਾਂ ਨਾਲ ਸੁਣੋ। ਤਾਂ ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਇਹ ਬਚਨ ਕਰਦੇ ਹਾਂ, ਕਹੋ ਨਾਨਕ ਸੁਨ ਰੇ ਮਨਾ। ਜਿਸ ਵਿਧੀ ਨਾਲ ਤੁਸੀਂ ਨਾਮ ਜਪੋਗੇ, ਪਰ ਹੈ ਨਾ ਜਮ ਕੈ ਧਾਮ, ਜਮਾਂ ਦੇ ਘਰ ਨਹੀਂ ਜਾਓਗੇ। ਇਹ ਸਾਧ ਸੰਗਤ ਜੀ ਪਹਿਲੀ ਅਵਸਥਾ ਹੈ ਕਿ ਵੈਖਰੀ ਬਾਣੀ ਦੁਆਰਾ ਜਾਪ। ਫਿਰ ਜਦੋਂ ਸਾਧ ਸੰਗਤ ਜੀ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਫਿਰ ਕੰਠ ਵਿੱਚ ਜਾਪ ਚਲੇ ਜਾਂਦਾ ਹੈ, ਜਿਹਨੂੰ ਮੱਧਮਾ ਬਾਣੀ ਦਾ ਜਾਪ ਕਹਿੰਦੇ ਹਨ। ਜਿਹਨੂੰ ਇਹ ਪਹਿਲੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੁ। ਪੋਹ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਠੰਡ ਨਹੀਂ ਲੱਗਦੀ ਜਿਨ੍ਹਾਂ ਦੇ ਕੰਠ ਵਿੱਚ ਨਾਮ ਮਿਲਿਆ ਹੁੰਦਾ ਹੈ। ਜਦੋਂ ਅਸੀਂ ਬੈਖਰੀ ਬਾਣੀ ਦੁਆਰਾ ਜਾਪ ਕਰਦੇ ਹਾਂ, ਫਿਰ ਸਾਡੇ ਕੰਠ ਵਿੱਚ ਚਲੇ ਜਾਂਦਾ ਹੈ, ਫਿਰ ਬੋਲਣ ਦੀ ਲੋੜ ਨਹੀਂ ਹੁੰਦੀ, ਫਿਰ ਕੱਲੇ ਬੁੱਲ ਫੜਕਦੇ ਹਨ ਤੇ ਅੰਦਰ ਹੀ ਅੰਦਰ ਗਲੇ ਵਿੱਚ ਜਾਪ ਚੱਲਦਾ ਹੈ। ਦੂਜੇ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਇਹ ਕੀ ਪੜ੍ਹ ਰਿਹਾ ਹੈ, ਪਰ ਉਹਨੂੰ ਇੰਨਾ ਪਤਾ ਲੱਗ ਜਾਂਦਾ ਵੀ ਇਹ ਕੁਛ ਨਾ ਕੁਛ ਜਪ ਰਿਹਾ ਹੈ, ਕੋਈ ਸਿਮਰਨ ਕਰ ਰਿਹਾ ਹੈ, ਕੋਈ ਬਾਣੀ ਪੜ੍ਹ ਰਿਹਾ ਹੈ। ਬੁੱਲ ਫੜਕਦੇ ਹਨ, ਜਿਸ ਦੇ ਸੰਬੰਧ ਵਿੱਚ ਗੁਰੂ ਸਾਹਿਬ ਜੀ ਦੇ ਬਾਣੀ ਵਿੱਚ ਬਚਨ ਹਨ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ। ਗਲੇ 'ਚ ਪਰੋ ਕੇ ਰੱਖ। ਜਾਂ ਇਹ ਬਚਨ ਹਨ ਕਿ ਕੰਠ ਰਮਣੀय ਰਾਮ ਰਾਮ ਮਾਲਾ, ਹਸਤ ਊਚ ਪ੍ਰੇਮ ਧਾਰਨੀ। ਜਾਂ ਜਦੋਂ ਕਬੀਰ ਸਾਹਿਬ ਜੀ ਦੀ ਅਵਸਥਾ ਹੋਰ ਅੱਗੇ ਵਧੀ ਤਾਂ ਕਬੀਰ ਸਾਹਿਬ ਜੀ ਨੇ ਕਿਹਾ ਕਿ ਕੰਠੇ ਮਾਲਾ ਜਿਹਵਾ ਰਾਮ, ਸਾਂਸ ਨਾਮ ਲੈ ਲੈ ਕਰੋ ਸਲਾਮ। ਕਿ ਜਿਹੜੀ ਮੇਰੀ ਰਸਨਾ ਤੇ ਨਾਮ ਸੀ ਹੁਣ ਮੇਰੇ ਕੰਠ ਦੇ ਵਿੱਚ ਆ ਗਿਆ, ਮੇਰੇ ਗਲੇ ਦੇ ਵਿੱਚ ਆ ਗਿਆ ਹੈ। ਇਹ ਸਾਧ ਸੰਗਤ ਜੀ ਸਿਮਰਨ ਦੀ ਦੂਸਰੀ ਅਵਸਥਾ ਹੈ। ਤੇ ਤੀਸਰੀ ਅਵਸਥਾ ਮਹਾਪੁਰਸ਼ ਦੱਸਦੇ ਆ ਵੀ ਪਸੰਤੀ ਬਾਣੀ ਦੁਆਰਾ ਜਾਪ, ਯਾਨੀ ਨਾਮ ਜਿਹੜਾ ਹੈ ਉਹ ਸਾਡੇ ਹਿਰਦੇ ਵਿੱਚ ਆ ਜਾਣਾ। ਫਿਰ ਇਸ ਸੰਬੰਧ ਵਿੱਚ ਗੁਰੂ ਸਾਹਿਬ ਜੀ ਦੇ ਬਚਨ ਹਨ ਕਿ ਹਿਰਦੈ ਨਾਮ ਵਸਾਏ ਹੋ, ਘਰ ਬੈਠੇ ਗੁਰੂ ਧਿਆਏ ਹੋ। ਫਿਰ ਹਿਰਦੇ ਦੇ ਵਿੱਚ ਧੁਨਾਤਮਕ
ਧੁਨੀ ਉੱਠਦੀ ਹੈ, ਜਿਸ ਨੂੰ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਕਿਹਾ ਹੈ ਕਿ ਹਿਰਦੈ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਜਾਂ ਇਹ ਬਚਨ ਕਹੇ ਹਨ, RAM ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੀਤੀ ਘਰ ਜਾਹੇ। ਜੇ ਤੁਸੀਂ ਹਿਰਦੇ ਦੇ ਵਿੱਚ ਨਾਮ ਜਪੋਗੇ ਤੇ ਲੋਕ ਪਰਲੋਕ ਦੇ ਵਿੱਚ ਤੁਹਾਡੀ ਇੱਜ਼ਤ ਹੋਵੇਗੀ ਔਰ ਇੱਜ਼ਤ ਨਾਲ ਜਾਵੋਗੇ। ਹਿਰਦੇ ਦੇ ਜਾਪ ਵਿੱਚ, ਜਦੋਂ ਹਿਰਦੇ ਵਿੱਚ ਜਾਪ ਸ਼ੁਰੂ ਹੋ ਜਾਵੇ ਤਾਂ ਭਗਤਾਂ ਦੀ ਗਿਣਤੀ ਦੇ ਵਿੱਚ ਆ ਜਾਂਦਾ ਹੈ, ਉਹਨੂੰ ਭਗਤ ਕਹਿ ਸਕਦੇ ਹਾਂ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਬਚਨ ਉਚਾਰਨ ਕੀਤੇ ਨੇ, ਹਿਰਦੈ ਵਸਿਆ ਪਾਰ ਬ੍ਰਹਮ, ਭਗਤਾ ਮਹਿ ਗਣਿਆ। ਭਾਈ ਨੰਦ ਲਾਲ ਸਾਹਿਬ ਜੀ ਨੇ ਵੀ ਹਿਰਦੇ ਦੇ ਜਾਪ ਦੀ ਗੱਲ ਕੀਤੀ ਹੈ। ਭਾਈ ਸਾਹਿਬ ਜੀ ਫਰਮਾਉਂਦੇ ਹਨ ਕਿ ਘਰ ਦਸਤੇ ਮਨ ਹਮੇਸ਼ਾ ਪਏ ਕਾਰ ਮੀਰ ਵੱਧ, ਮਨ ਚੂ ਕੁਨਮ ਕਿ ਦਿਲ ਬਸੂਏ ਯਾਰ ਮੀਰ ਵੱਧ। ਕਹਿੰਦੇ ਮੇਰੇ ਹੱਥ ਜਿਹੜੇ ਹਨ ਉਹ ਕੰਮ ਵੱਲ ਜਾਂਦੇ ਹਨ, ਪਰ ਜਿਹੜਾ ਮੇਰਾ ਮਨ ਹੈ ਉਹ ਰੱਬ ਵੱਲ ਜਾਂਦਾ ਹੈ, ਮੇਰਾ ਦਿਲ ਵਾਹਿਗੁਰੂ ਵੱਲ ਜਾਂਦਾ ਹੈ। ਹੱਥ ਕਾਰ ਵੱਲ ਜਾਂਦੇ ਹਨ ਤੇ ਚਿੱਤ ਕਰਤਾਰ ਵੱਲ ਜਾਂਦਾ ਹੈ। ਇਹ ਤੀਸਰੀ ਅਵਸਥਾ ਹੈ, ਜਿਹੜਾ ਹਿਰਦੇ ਵਿੱਚ ਜਾਪ ਚੱਲਣਾ। ਫਿਰ ਮਹਾਪੁਰਸ਼ ਦੱਸਦੇ ਨੇ ਕਿ ਫਿਰ ਚੌਥਾ ਅਵਸਥਾ ਹੈ ਪਰਾ ਬਾਣੀ ਦੇ ਵਿੱਚ ਜਾਪ ਹੋਣਾ, ਯਾਨੀ ਨਾਭੀ ਦੇ ਵਿੱਚ ਜਾਪ ਚੱਲਣਾ। ਕਿਉਂਕਿ ਜਿਹੜੀ ਨਾਭੀ ਹੈ ਨਾ ਸਾਧ ਸੰਗਤ ਜੀ, ਇੱਥੇ ਪਵਨ ਦਾ ਘਰ ਹੈ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਬਚਨ ਉਚਾਰਨ ਕੀਤੇ ਨੇ, ਨਾਭ ਪਵਨ ਘਰ ਆਸਣ ਬੈਸੈ, ਗੁਰਮੁਖ ਖੋਜਤ ਤਤ ਲਹੈ। ਨਾਭ ਪਵਨ ਘਰ, ਨਾਭੀ ਵਿੱਚ ਪੌਣ ਦਾ ਘਰ ਹੈ, ਹਵਾ ਦਾ ਭੰਡਾਰ ਹੈ ਨਾਭੀ ਦੇ ਵਿੱਚ। ਦੁਨੀਆ ਦਾ ਕੋਈ ਵੀ ਸ਼ਬਦ ਨਾਭੀ ਤੋਂ ਅਸੀਂ ਜਦੋਂ ਬੋਲਦੇ ਹਾਂ ਤਾਂ ਨਾਭੀ ਤੋਂ ਉਸ ਦੀ ਧੁਨੀ ਪੈਦਾ ਹੁੰਦੀ ਹੈ। ਨਾਭੀ ਤੋਂ ਬਾਅਦ ਉਹ ਜਦੋਂ ਹਿਰਦੇ ਦੇ ਵਿੱਚ ਆਉਂਦਾ ਹੈ ਤਾਂ ਉਹ ਸੰਕਲਪ ਦਾ ਰੂਪ ਧਾਰਨ ਕਰਦਾ ਹੈ, ਤੇ ਜਦੋਂ ਉਹ ਕੰਠ ਵਿੱਚ ਆ ਜਾਂਦਾ ਹੈ ਤਾਂ ਉਹ ਵਰਣਾਤਮਕ ਰੂਪ ਧਾਰਨ ਕਰਦਾ, ਅੱਖਰਾਂ ਦਾ ਰੂਪ ਧਾਰਨ ਕਰ ਲੈਂਦਾ ਹੈ। ਅਤੇ ਜਦੋਂ ਰਸਨਾ ਤੋਂ ਬਾਹਰ ਆ ਕੇ ਪ੍ਰਗਟ ਹੁੰਦਾ ਹੈ ਤਾਂ ਸਾਧ ਸੰਗਤ ਜੀ ਉਹ ਅਸਥੂਲ ਰੂਪ ਧਾਰਨ ਕਰ ਲੈਂਦਾ ਹੈ। ਤਾਂ ਸਾਨੂੰ ਸਮਝ ਆਉਂਦੀ ਹੈ ਵੀ ਇਹ ਕਹਿਣਾ ਚਾਹੁੰਦਾ ਹੈ, ਪਰ ਸ਼ਬਦ ਦੀ ਜਿਹੜੀ ਪੈਦਾਇਸ਼ ਹੈ ਉਹ ਸਾਡੀ ਨਾਭੀ ਤੋਂ ਹੁੰਦੀ ਹੈ। ਮਾਤਾ ਦੇ ਉਦਰ ਦੇ ਵਿੱਚ ਵੀ ਜਦੋਂ ਨਾੜੂਆ ਕੱਟਿਆ ਜਾਂਦਾ ਹੈ ਤਾਂ ਨਾਭੀ ਦੇ ਵਿੱਚ ਹੀ ਜਾਪ ਚੱਲ ਰਿਹਾ ਸੀ। ਇਸ ਕਰਕੇ ਜਦੋਂ ਮਹਾਰਾਜ ਸਾਹਿਬ ਦੀ ਕਿਰਪਾ ਹੁੰਦੀ ਹੈ ਤਾਂ ਨਾਭੀ ਦੇ ਵਿੱਚ ਚੌਥੀ ਅਵਸਥਾ ਹੈ, ਜਿਸ ਨੂੰ ਕਿਹਾ ਹੈ ਕਿ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਫਿਰ ਜਾਪ ਕਰਨ ਦੀ ਲੋੜ ਨਹੀਂ ਹੁੰਦੀ, ਫਿਰ ਤਾਂ ਆਪਣੇ ਆਪ ਧੁਨੀ ਰੂਪ ਦੇ ਵਿੱਚ ਸਿਮਰਨ ਹੁੰਦਾ ਹੈ, ਜਿਸ ਨੂੰ ਅਜਪਾ ਜਾਪ ਵੀ ਕਿਹਾ ਹੈ। ਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚ ਬਚਨ ਹਨ, ਅਜਪਾ ਜਾਪ ਨਾ ਵੀਸਰੈ, ਆਦ ਜੁਗਾਦ ਸਮਾਏ। ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੀ ਬਚਨ ਹਨ, ਆਤਮ ਉਪਦੇਸ਼ ਭੇਸ ਸੰਜਮ ਕੋ, ਜਾਪ ਸੋ ਅਜਪਾ ਜਾਪੇ, ਸਦਾ ਰਹਿ ਕੰਚਨ ਸੀ ਕਾਇਆ, ਤਾਲ ਨਾ ਕਬਹੂ ਵਿਆਪੇ। ਇਹ ਜਿਹੜਾ ਧੁਨੀ ਦੇ ਵਿੱਚ ਜਾਪ ਹੋਣਾ, ਨਾਭੀ ਵਿੱਚ ਜਾਪ ਹੋਣਾ, ਜਿਹਨੂੰ ਅਜਪਾ ਜਾਪ ਕਹਿੰਦੇ ਹਨ, ਇੱਥੇ ਸਾਧ ਸੰਗਤ ਜੀ ਆ ਕੇ 100% ਮਨ ਟਿਕ ਜਾਂਦਾ ਹੈ। ਬੈਖਰੀ ਬਾਣੀ ਦੇ ਵਿੱਚ 75% ਮਨ ਬਾਹਰ ਰਹਿੰਦਾ ਹੈ, 25% ਟਿਕਿਆ ਰਹਿੰਦਾ ਹੈ। ਕੰਠ ਵਿੱਚ ਆਉਂਦਾ ਹੈ ਤਾਂ 50% ਮਨ ਟਿਕਿਆ ਰਹਿੰਦਾ ਹੈ, 50% ਬਾਹਰ ਜਾਂਦਾ ਹੈ। ਜਦੋਂ ਹਿਰਦੇ ਵਿੱਚ ਆ ਜਾਂਦਾ ਤਾਂ 75% ਮਨ ਟਿਕ ਜਾਂਦਾ ਹੈ, 25% ਬਾਹਰ ਜਾਂਦਾ ਹੈ। ਪਰ ਜਦੋਂ ਨਾਭੀ ਦੇ ਵਿੱਚ ਆ ਜਾਵੇ ਫਿਰ 100% ਹੀ ਮਨ ਵਾਹਿਗੁਰੂ ਦੇ ਵਿੱਚ ਜੁੜਿਆ ਰਹਿੰਦਾ ਹੈ। ਇਹ ਚਾਰ ਅਵਸਥਾਵਾਂ ਤਾਂ ਗ੍ਰੰਥਾਂ ਦੇ ਵਿੱਚ ਕਥਨ ਕੀਤੀਆਂ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਜਵੀਂ ਅਵਸਥਾ ਵੀ ਕਥਨ ਕੀਤੀ ਹੈ। ਪੰਜਵੀਂ ਅਵਸਥਾ ਹੈ ਕਿ ਸਵਾਸਾਂ ਦੇ ਵਿੱਚ ਜਾਪ ਚੱਲਣਾ। ਜਿਹੜਾ ਜਾਪ ਸਾਡੀ ਨਾਭੀ ਵਿੱਚ ਹੋ ਰਿਹਾ ਸੀ, ਜਿੱਥੇ ਪਵਨ ਦਾ ਘਰ ਹੈ, ਜਿੱਥੋਂ ਸਵਾਸ ਚੱਲਦੇ ਹਨ, ਅਤੇ ਫਿਰ ਉਹ ਜਾਪ ਜਿਹੜਾ ਸਵਾਸਾਂ ਦੇ ਵਿੱਚ ਰਲ ਜਾਂਦਾ ਹੈ, ਜਿਸ ਨੂੰ ਕਿਹਾ ਹੈ ਕਿ ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਜਦੋਂ ਸਵਾਸਾਂ ਦੇ ਵਿੱਚ ਜਾਪ ਚੱਲਣ ਲੱਗ ਜਾਵੇ ਫਿਰ ਪੂਰਨ ਸੰਤ ਬਣ ਜਾਂਦਾ ਹੈ।
ਅਤੇ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸਿਸਈ ਨਾਨਕਾ ਪੂਰਨ ਸੋਈ ਸੰਤ। ਇਹ ਸਾਧ ਸੰਗਤ ਜੀ ਸਵਾਸ ਗਿਰਾਸ ਜਾਪ ਇਹ ਪੰਜਵੀਂ ਅਵਸਥਾ ਹੈ। ਤੇ ਛੇਵੀਂ ਅਵਸਥਾ ਮਹਾਂਪੁਰਸ਼ ਕਥਨ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਹੈ, ਮਹਾਰਾਜ ਨੇ ਬਚਨ ਉਚਾਰਨ ਕੀਤੇ ਨੇ ਕਿ ਗੁਰਮੁਖ ਰੋਮ ਰੋਮ ਹਰਿ ਧਿਆਵੈ, ਕਿ ਸਾਡੇ ਸਰੀਰ ਦੇ ਵਿੱਚ 3.5 ਕਰੋੜ ਰੋਮ ਹਨ ਤੇ 3.5 ਕਰੋੜ ਰੋਮਾਂ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਦੋਂ ਵੈਦ ਨੇ, ਹਰਦਾਸ ਵੈਦ ਨੇ, ਮਾਤਾ ਪਿਤਾ ਨੇ ਸੋਚਿਆ, ਮਹਾਰਾਜ ਆਪਣੀ ਮੌਜ ਦੇ ਵਿੱਚ ਬਿਰਾਜੇ ਰਹਿੰਦੇ ਸੀ ਤੇ ਮਾਤਾ ਜੀ ਨੇ ਔਰ ਪਿਤਾ ਜੀ ਨੇ ਸੋਚਿਆ ਸ਼ਾਇਦ ਬਿਮਾਰ ਹੋ ਗਏ ਨੇ ਅਤੇ ਵੈਦ ਨੂੰ ਸੱਦਿਆ ਸੀ ਤੇ ਮਹਾਰਾਜ ਨੇ ਵੈਦ ਨੂੰ ਉਪਦੇਸ਼ ਦਿੱਤਾ ਸੀ ਕਿ ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਹ, ਭੂਲਾ ਵੈਦ ਨਾ ਜਾਣਈ ਕਰਕ ਕਰੇਜੇ ਮਾਹੀ, ਵੈਦਾ ਵੈਦ ਸੁਵੈਦ ਤੂੰ ਪਹਿਲਾ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜਿਤ ਮਈਆਂ ਰੋਗਾ ਘਾਣ। ਅਤੇ ਵੈਦ ਨੇ ਜਦੋਂ ਮਹਾਰਾਜ ਸਾਹਿਬ ਜੀ ਦੇ ਸਰੀਰ ਦੇ ਨਾਲ ਨਬਜ਼ ਪਕੜੀ ਸੀ ਅਤੇ ਕੰਨ ਲਾ ਕੇ ਜਦੋਂ ਆਵਾਜ਼ ਸੁਣੀ ਸੀ ਤੇ ਮਹਾਰਾਜ ਦੇ ਰੋਮ ਰੋਮ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਸੀ। ਇਹ ਸਾਧ ਸੰਗਤ ਜੀ ਛੇਵੀਂ ਅਵਸਥਾ ਹੈ ਕਿ ਗੁਰਮੁਖ ਰੋਮ ਰੋਮ ਹਰਿ ਧਿਆਵੈ। ਜਿਹੜੀ ਸੱਤਵੀਂ ਅਵਸਥਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਕਥਨ ਕੀਤੀ ਹੈ ਕਿ ਜਦੋਂ ਰੋਮ ਰੋਮ ਵਿੱਚ ਜਾਪ ਚੱਲਦਾ ਹੈ, ਜਿਹਦਾ ਇਸ਼ਾਰਾ ਜਪਜੀ ਸਾਹਿਬ ਜੀ ਦੇ ਵਿੱਚ ਵੀ ਦਿੱਤਾ ਹੈ ਕਿ ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੈ ਲੱਖ 20, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼। ਇਹ ਤਰਾਹੇ ਪਤ ਪਵੜੀਆ ਚੜੀਆ ਹੋਏ 21, ਸੁਨ ਗੱਲਾ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ। ਇਹ ਗੁਰਮੁਖ ਰੋਮ ਰੋਮ ਹਰਿ ਧਿਆਵੈ। ਫਿਰ ਸੱਤਵੀਂ ਅਵਸਥਾ ਹੈ ਕਿ ਜਿਹੜਾ ਜਾਪ ਰੋਮ ਰੋਮ ਵਿੱਚ ਚੱਲ ਰਿਹਾ ਹੈ, ਸਵਾਸਾਂ ਨਾਲ ਵੀ ਚੱਲ ਰਿਹਾ ਹੈ, ਉਹ ਦੂਸਰਿਆਂ ਦੇ ਸਰੀਰ ਵਿੱਚ ਸੁਣਨਾ, ਜਿਹਨੂੰ ਕਿਹਾ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਫਿਰ ਦੂਜਿਆਂ ਦੇ ਸਰੀਰ ਵਿੱਚ ਵੀ ਸਿਮਰਨ ਸੁਣਨ ਲੱਗ ਜਾਂਦਾ ਹੈ ਤੇ ਜਦੋਂ ਦੂਸਰਿਆਂ ਦੇ ਸਰੀਰ ਦੇ ਵਿੱਚ ਵੀ ਸਿਮਰਨ ਦੀ ਧੁਨੀ ਸੁਣਨ ਲੱਗ ਜਾਂਦੀ ਹੈ ਫਿਰ ਅੰਤਰਯਾਮਤਾ ਹਾਸਲ ਹੋ ਜਾਂਦੀ ਹੈ। ਫਿਰ ਦੂਸਰੇ ਦੇ ਮਨ ਦੀ ਗੱਲ ਨੂੰ ਵੀ ਬੰਦਾ ਬੁੱਝ ਲੈਂਦਾ ਹੈ ਕਿ ਇਹਦੇ ਮਨ ਵਿੱਚ ਆਹ ਗੱਲ ਹੈ। ਇਹ ਸੱਤਵੀਂ ਅਵਸਥਾ ਹੈ। ਅੱਠਵੀਂ ਅਵਸਥਾ ਹੋਰ ਜਦੋਂ ਅੱਗੇ ਵੱਧਦੀ ਹੈ ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰਿ ਜਾਪਤ ਹੈ ਨਹੀਂ ਹੋਰ। ਫਿਰ ਪਸ਼ੂਆਂ ਪੰਛੀਆਂ ਦੇ ਵਿੱਚ ਜੋ ਬੋਲਤ ਹੈ ਮ੍ਰਿਗ, ਹਰਨ ਆਦਿਕ, ਜੰਗਲ ਵਿੱਚ ਰਹਿਣ ਵਾਲੇ, ਮੀਨ ਪਾਣੀ ਵਿੱਚ ਰਹਿਣ ਵਾਲੀ ਮੱਛੀ, ਔਰ 42 ਲੱਖ ਜੀ ਜਲ ਮੈਂ ਹੋਤੇ, ਪੰਖੇਰੂ ਆਕਾਸ਼ੀ ਮੰਡਲ ਵਿੱਚ ਉੱਡਣ ਵਾਲੇ ਜਿਹੜੇ ਪੰਛੀ ਹਨ, ਤਾਂ ਇਉਂ ਪ੍ਰਤੀਤ ਹੁੰਦਾ ਹੈ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਰੱਬ ਤੋਂ ਬਗੈਰ ਕੁਝ ਨਹੀਂ ਜਪ ਰਹੇ, ਸਾਰੇ ਵਾਹਿਗੁਰੂ ਵਾਹਿਗੁਰੂ ਹੀ ਬੋਲ ਰਹੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਅਵਸਥਾ ਨੌਵੀਂ ਹੋਰ ਬਦਲਦੀ ਹੈ, ਅੱਗੇ ਵੱਧਦੀ ਹੈ, ਜਿਸ ਨੂੰ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਇਹ ਬਚਨ ਉਚਾਰਨ ਕੀਤੇ ਨੇ ਕਿ ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਧਰਤੀ ਵੀ ਸਿਮਰਨ ਕਰ ਰਹੀ ਹੈ, ਜੜ ਚੀਜ਼ਾਂ ਦੇ ਵਿੱਚੋਂ ਵੀ, ਤੱਤਾਂ ਦੇ ਵਿੱਚੋਂ ਵੀ ਸਿਮਰਨ ਦੀਆਂ ਆਵਾਜ਼ਾਂ ਆਉਣ ਲੱਗ ਪੈਂਦੀਆਂ ਨੇ। ਪਰ ਇਹ ਬਖਸ਼ਿਸ਼ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ। ਇਹ ਮਹਾਰਾਜ ਸਾਹਿਬ ਜੀ ਦੀ ਬਾਣੀ ਦੁਆਰਾ, ਸਾਧੂਆਂ ਦੀ ਸੰਗਤ ਦੁਆਰਾ ਪਤਾ ਲੱਗਦਾ। ਨਹੀਂ ਤਾਂ ਜਿਹੜਾ ਸ਼ੰਕਾਵਾਦੀ ਬੰਦਾ ਹੈ ਉਹ ਕਹਿੰਦਾ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ, ਕੰਧਾਂ 'ਚੋਂ ਕਿਵੇਂ ਨਾਮ ਚੱਲ ਸਕਦਾ ਹੈ, ਧਰਤੀ ਕਿਵੇਂ ਜਪ ਸਕਦੀ ਹੈ। ਪਰ ਗੁਰੂ ਸਾਹਿਬ ਜੀ ਨੇ ਤਾਂ ਬਾਣੀ ਦੇ ਵਿੱਚ ਕਿਹਾ ਹੈ, ਸਿਮਰ ਹੈ ਧਰਤੀ ਅਰ ਆਕਾਸਾ, ਸਿਮਰਹਿ ਚੰਦ ਸੂਰਜ ਗੁਣ ਤਾਸਾ, ਪੌਣ ਪਾਣੀ ਬੈਸੰਤਰ ਸਿਮਰਹਿ, ਸਿਮਰਹਿ ਸਗਲ ਉਪਾਰਜਨਾ। ਇੱਕ ਸਾਧ ਸੰਗਤ ਜੀ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਸ਼, ਭਿੰਡਰਾਂ ਦੇ ਵਿੱਚ ਹੋਏ ਨੇ, ਮੋਗੇ ਦੇ ਇਲਾਕੇ ਦੇ ਵਿੱਚ। ਅਤੇ ਜਦੋਂ ਉਹਨਾਂ ਨੇ ਇਸ ਪੰਕਤੀ ਦੀ ਕਥਾ ਕੀਤੀ ਕਿ
ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਤੇ ਜਿਹੜੇ ਸਿੰਘ ਕਥਾ ਸੁਣ ਰਹੇ ਸੀ ਉਹ ਕਹਿੰਦੇ ਵੀ ਮਹਾਰਾਜ ਕੀ ਇਹ ਧਰਤੀ ਵੀ ਨਾਮ ਜਪਦੀ ਹੈ? ਇਹ ਜੜ ਚੀਜ਼ਾਂ ਵਿੱਚੋਂ ਵੀ ਨਾਮ ਦੀ ਆਵਾਜ਼ ਆ ਸਕਦੀ ਹੈ? ਮਹਾਂਪੁਰਸ਼ ਕਹਿੰਦੇ ਕਿ ਇਹ ਜੋ ਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚ ਬਚਨ ਹਨ ਨਾ, ਇਹ ਤਿੰਨੇ ਕਾਲਾਂ ਦੇ ਵਿੱਚ ਸੱਤ ਹਨ। ਇਸ ਕਰਕੇ ਜੇ ਤੁਹਾਡੇ ਮਨ ਵਿੱਚ ਕੋਈ ਸਿੰਘੋ ਸ਼ੰਕਾ ਹੈ ਤਾਂ ਫਿਰ ਤੁਸੀਂ 40 ਦਿਨ ਅਭਿਆਸ ਕਰੋ। ਸਾਰੇ ਕੇਸੀ ਇਸ਼ਨਾਨ ਕਰਕੇ ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਕਰੋ। ਜਦੋਂ 40 ਦਿਨ ਪੂਰੇ ਹੋ ਗਏ ਤੇ ਅੱਜ ਵੀ ਸਾਧ ਸੰਗਤ ਜੀ ਤੁਸੀਂ ਜਾ ਕੇ ਭਿੰਡਰੀ ਦਰਸ਼ਨ ਕਰ ਸਕਦੇ ਹੋ। ਉੱਥੇ ਇੱਕ ਸੰਪਰਦਾ ਦਾ ਜਿਹੜਾ ਮੇਨ ਸਥਾਨ ਹੈ ਉਹਦੇ ਵਿੱਚ ਉੱਥੇ ਇੱਕ ਅਕਾਲ ਕੁਟੀਆ ਨਾਮ ਦਾ ਸਥਾਨ ਹੈ। ਉਸ ਅਕਾਲ ਕੁਟੀਆ ਦੇ ਵਿੱਚ ਮਹਾਂਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਅਤੇ ਸਾਰੇ ਸਿੰਘ ਪਹੁੰਚ ਗਏ 40 ਦਿਨਾਂ ਬਾਅਦ। ਤੇ ਜਦੋਂ ਮਹਾਂਪੁਰਸ਼ ਕਹਿਣ ਲੱਗੇ ਤੁਸੀਂ ਸਾਰੇ ਸਿੰਘ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰੋ ਤੇ ਜੋ ਤੁਹਾਡੇ ਮਨ ਦਾ ਫੁਰਨਾ ਹੈ ਉਹ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰੋ। ਤੇ ਜਦੋਂ ਉਹਨਾਂ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਕੀ ਇਹ ਧਰਤੀ ਵੀ, ਇਹ ਜੜ ਚੀਜ਼ਾਂ ਦੇ ਵਿੱਚੋਂ ਵੀ ਇਹ ਵੀ ਨਾਮ ਜਪਦੀਆਂ ਨੇ, ਤੋ ਉਸ ਸਮੇਂ ਫਿਰ ਗੁਰੂ ਕੀ ਕਲਾ ਵਰਤੀ ਤੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੀ ਉਹਨਾਂ ਨੂੰ 10 ਪਾਤਸ਼ਾਹੀਆਂ ਦੇ ਦਰਸ਼ਨ ਹੋਏ ਅਤੇ ਫਿਰ 10 ਪਾਤਸ਼ਾਹੀਆਂ ਪ੍ਰਕਾਸ਼ ਰੂਪ ਹੋ ਕੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਮਾ ਗਏ। ਤੇ ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਕਹਿਣ ਲੱਗੇ ਵੀ ਸਿੰਘੋ ਹੁਣ ਤੁਸੀਂ ਕੰਧਾਂ ਨਾਲ ਆਪਣੇ ਕੰਨ ਲਾਓ। ਜਦੋਂ ਉਹਨਾਂ ਨੇ ਕੰਧਾਂ ਦੇ ਨਾਲ ਕੰਨ ਲਾਏ ਤੇ ਮੂਲ ਮੰਤਰ ਦੀ ਆਵਾਜ਼ ਕੰਧਾਂ ਦੇ ਵਿੱਚੋਂ ਆ ਰਹੀ ਸੀ। ਤੇ ਕੁਝ ਸਿੰਘਾਂ ਨੂੰ ਕਿਹਾ ਤੁਸੀਂ ਦਰਵਾਜ਼ਿਆਂ ਨਾਲ ਕੰਨ ਲਾ ਕੇ ਸੁਣੋ ਭਾਈ। ਜਦੋਂ ਦਰਵਾਜ਼ਿਆਂ ਨਾਲ ਲਾਏ ਉੱਥੇ ਵਾਹਿਗੁਰੂ ਵਾਹਿਗੁਰੂ ਦੀਆਂ ਆਵਾਜ਼ਾਂ ਆ ਰਹੀਆਂ ਸੀ। ਅਖੀਰ ਉਹ ਸਿੰਘ ਫਿਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਮੁੜ ਪਹਿਲੀ ਅਵਸਥਾ ਦੇ ਵਿੱਚ ਆ ਗਏ। ਤੇ ਮਹਾਂਪੁਰਸ਼ ਕਹਿਣ ਲੱਗੇ ਲੋ ਭਾਈ ਤੁਸੀਂ ਇਹ ਸ਼ੰਕਾ ਕੀਤਾ ਸੀ, ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਸੀ ਵੀ ਇਹ ਧਰਤੀ ਤੇ ਜੜ ਚੀਜ਼ਾਂ ਦੇ ਵਿੱਚੋਂ ਕਿਵੇਂ ਨਾਮ ਦੀ ਆਵਾਜ਼ ਆ ਸਕਦੀ ਹੈ, ਤੇ ਹੁਣ ਤੁਸੀਂ ਪਤਾ ਹੈ ਆਪ ਜਪੋ, ਇਸ ਅਵਸਥਾ ਨੂੰ ਮਾਣੋ। ਤੇ ਜਿਵੇਂ ਕੋਈ ਸਿਆਣਾ ਬਜ਼ੁਰਗ ਆਪਣੇ ਦੋਤਰੇ ਪੋਤਰੇ ਨੂੰ ਕਿਸੇ ਮੇਲੇ ਦੇ ਵਿੱਚ ਲੈ ਕੇ ਜਾਂਦਾ ਹੈ ਤਾਂ ਮੋਢਿਆਂ ਦੇ ਉੱਤੇ ਬਿਠਾ ਕੇ ਮੇਲਾ ਦਿਖਾਉਂਦਾ ਹੈ। ਫਿਰ ਬਾਅਦ ਚ ਕਹਿੰਦਾ ਵੀ ਤੂੰ ਹੁਣ ਆਪ ਆਪਣੇ ਪੈਰਾਂ ਤੇ ਖੜਾ ਹੋ ਕੇ ਤੂੰ ਆਪ ਮੇਲਾ ਦੇਖ, ਅਸੀਂ ਤੁਹਾਨੂੰ ਦਰਸ਼ਨ ਕਰਾ ਦਿੱਤੇ ਇੱਕ ਵਾਰੀ, ਹੁਣ ਤੁਸੀਂ ਆਪ ਮਿਹਨਤ ਕਰੋ। ਉਹ ਸਥਾਨ ਅੱਜ ਵੀ ਉੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ। ਉਸ ਸਥਾਨ ਦਾ ਨਾਮ ਹੈ ਅਕਾਲ ਕੁਟੀਆ, ਜਿੱਥੇ ਕੰਧਾਂ ਦੇ ਵਿੱਚ ਉਹ ਵੀ ਨਾਮ ਮਹਾਂਪੁਰਸ਼ਾਂ ਨੇ ਸੁਣਾਇਆ। ਐਸੇ ਏਡੀ ਕਮਾਈ ਵਾਲੇ ਸੀ ਸ੍ਰੀਮਾਨ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼। ਆਪਣੀ ਉਹਨਾਂ ਦੀ ਕਿੰਨੀ ਵੱਡੀ ਅਵਸਥਾ ਹੋਏਗੀ। ਇਹ 9ਵੀਂ ਅਵਸਥਾ ਹੈ ਸਾਧ ਸੰਗਤ ਜੀ। ਅਤੇ ਸਾਧ ਸੰਗਤ ਜੀ 10ਵੀਂ ਅਵਸਥਾ ਇਹ ਹੈ ਕਿ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, जब आपा पर का मिट गया जत देखो तत तू। फिर ਤਾਂ ਜਿਹੜੀ ਨਦੀ ਹੈ ਨਾ ਉਹ ਸਮੁੰਦਰ ਦੇ ਵਿੱਚ ਸਮਾ ਜਾਂਦੀ ਹੈ। ਜੋ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤ ਕੁਰਬਾਨ। सूरज किरण मिले जल का जल हुआ राम, ज्योति जोत रली संपूर्ण थिया राम। ਇਹ ਸਾਧ ਸੰਗਤ ਜੀ ਸਿਮਰਨ ਅਭਿਆਸ ਦੀਆਂ 10 ਅਵਸਥਾਵਾਂ ਮਹਾਂਪੁਰਸ਼ ਦੱਸਦੇ ਹਨ। ਤੋ ਇਹ ਪਹਿਲੀ ਪੰਕਤੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਨੇ ਕਿ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾਹੂ। ਪੋਹ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਠੰਡ ਨਹੀਂ ਲੱਗਦੀ ਹੈ ਜਿਨ੍ਹਾਂ ਦੇ ਕੰਠ ਵਿੱਚ ਨਾਮ ਮਿਲਿਆ ਹੁੰਦਾ ਹੈ। ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਸਵੈ ਜੀਵਨੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣੇ ਪਿਛਲੇ ਜੀਵਨ ਦੀ ਕਥਾ ਲਿਖੀ ਹੈ। ਮਹਾਰਾਜ ਨੇ ਬਚਨ ਉਚਾਰਨ ਕੀਤੇ ਨੇ ਕਿ ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸ਼ੋਭਤ ਹੈ ਤਹਾਂ, ਤਹ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ।
ਮਹਾਰਾਜ ਕਹਿੰਦੇ ਕਹਿੰਦੇ ਕਿ ਜਿੱਥੇ ਬਰਫ਼ ਦੇ ਪਹਾੜ ਹਨ, 7 ਚੋਟੀਆਂ ਹਨ ਬਰਫੀਲੀਆਂ, ਤੇ ਜਿੱਥੇ ਸਾਧ ਸੰਗਤ ਜੀ 9 ਮਹੀਨੇ ਬਰਫ਼ ਪੈਂਦੀ ਹੈ, 3 ਮਹੀਨੇ ਬਰਫ਼ ਪਿੰਗਲਦੀ ਹੈ, ਏਡੇ ਬਰਫੀਲੇ ਅਸਥਾਨ ਤੇ ਮਹਾਰਾਜ ਕਹਿੰਦੇ ਅਸੀਂ ਪਿਛਲੇ ਜਨਮ ਦੇ ਵਿੱਚ ਭਾਰੀ ਤਪੱਸਿਆ ਕੀਤੀ, ਵਾਹਿਗੁਰੂ ਦੀ ਬੰਦਗੀ ਕੀਤੀ, ਵਾਹਿਗੁਰੂ ਦਾ ਸਿਮਰਨ ਕੀਤਾ, ਤੇ ਕੀ ਮਹਾਰਾਜ ਨੂੰ ਉੱਥੇ ਠੰਡ ਲੱਗ ਸਕੀ? ਕਿਉਂਕਿ ਸਾਧ ਸੰਗਤ ਜੀ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੁ। ਠੰਡ ਉਹਨਾਂ ਨੂੰ ਨਹੀਂ ਲੱਗਦੀ ਹੈ ਜਿਨ੍ਹਾਂ ਦੇ ਕੰਠ ਵਿੱਚ ਨਾਮ ਮਿਲਿਆ ਹੁੰਦਾ ਹੈ।